इसलिए तुम आपस में एक दूसरे के सामने अपने अपने पापों को मान लो। हालेलुया। इस करके तुसी आपो अपने पापां नूं एक दूजे के सामने मान लो। हाँ जी अगे। और एक दूसरे के लिए प्रार्थना करो। हालेलुया। आज प्रार्थना की ताकत के बारे में चलिए। हालेलुया। एक दूजे के लिए की करो, प्रार्थना करो। की करनी है? एक दूजे के लिए तुसीं करनी प्रार्थना करनी है। हालेलुया। जिससे चंगा हो जाओ। धर्मी जन की प्रार्थना के प्रभाव से बहुत कुछ हो सकता है। हालेलुया। धर्मी जन की प्रार्थना नाल बड़ा कुछ होता है। की तुसीं कदी एक दूजे की प्रार्थना की जे? कौन कौन करता? हाथ खड़ा करो जो एक दूजे की प्रार्थना करता, जो कहता कि मैं उस भैन की प्रार्थना करता, मैं उस भाई की प्रार्थना करता। कि अपने की सिर्फ प्रार्थना करते हैं? कौन कौन करता? जो नहीं करता वो करया करे। हालेलुया। ਅਸੀਂ ਧਿਆਨ ਦੇਵਾਂਗੇ ਇਸ ਵਿਚਾਰਾਂ ਨੂੰ। ਹਾਲੇਲੂया। ਅਸੀਂ ਪੜਾਂਗੇ धर्मी जन की प्रार्थना के प्रभाव से बहुत कुछ हो सकता है। ਜਿਹੜਾ ਧਰਮੀ ਜਨ ਹੈ ਉਹਦੀ ਪ੍ਰਾਰਥਨਾ ਦਾ ਬੜਾ ਅਸਰ ਹੁੰਦਾ ਹੈ। ਜੇ ਅਸੀਂ ਪ੍ਰਾਰਥਨਾ ਕਰਾਂਗੇ ਤੇ ਫਿਰ ਸਾਡੀ ਪ੍ਰਾਰਥਨਾ ਦਾ ਬੜਾ ਅਸਰ ਹੁੰਦਾ ਹੈ। ਤੇ ਜੇ ਅਸੀਂ ਪ੍ਰਾਰਥਨਾ ਨਹੀਂ ਕਰਦੇ ਤੇ ਸਾਡੀ ਪ੍ਰਾਰਥਨਾ ਦਾ ਕਿੱਥੋਂ ਅਸਰ ਹੋਣਾ? ਕਿਉਂਕਿ ਅਸੀਂ ਪ੍ਰਾਰਥਨਾ ਹੀ ਨਹੀਂ ਕਰਦੇ। ਅਸੀਂ ਨਾ ਕਿਸੇ ਨੂੰ ਕੀ ਕਰਦੇ ਆ, ਫੋਨ ਕਰਕੇ ਕਹਿੰਦੇ ਆ ਕਿ ਸਾਡੀ ਜਿਹੜੀ ਪ੍ਰਾਰਥਨਾ ਹੈ, ਸਾਡਾ ਜਿਹੜਾ ਸਾਡੀ ਜਿਹੜੀ ਅਸੀਂ ਬੇਨਤੀ ਕਰਦੇ ਹਾਂ, ਸਾਡੀ ਸੁਣੀ ਕਿਉਂ ਨਹੀਂ ਜਾਂਦੀ? ਕਿਉਂਕਿ ਤੁਸੀਂ ਮਨ ਲਾ ਕੇ ਪ੍ਰਾਰਥਨਾ ਨਹੀਂ ਕਰਦੇ। ਜੇ ਸੁਬਾਹ ਕਰ ਲਈ ਆ, ਦੁਪਹਿਰੇ ਨਹੀਂ ਕਰਦੇ। ਜੇ ਦੁਪਹਿਰੇ ਕਰ ਲਈ, ਸ਼ਾਮ ਨੂੰ ਨਹੀਂ ਕਰਦੇ। ਹਾਲੇਲੂਇਆ। ਇਸ ਕਰਕੇ ਅਸੀਂ ਕੀ ਕਰਨੀ ਹੈ? ਇੱਕ ਦੂਜੇ ਦੀ ਪ੍ਰਾਰਥਨਾ ਕਰਨੀ ਹੈ। ਹਾਲੇਲੂਇਆ। ਅੱਜ ਪ੍ਰਾਰਥਨਾ ਦੀ ਸਾਮਰਥ ਬਾਰੇ ਸਿੱਖ ਰਹੇ ਅਸੀਂ। ਧਿਆਨ ਨਾਲ ਸਿੱਖਣਾ ਹੈ। ਇਸ ਦੇ ਬੱਚੇ ਤੋਂ ਸੁਣਨਾ ਹੈ ਕਿ ਅੱਜ ਪਰਮੇਸ਼ਰ ਦੀ ਸਾਮਰਥ ਬਾਰੇ, ਕਿ ਜਿਹੜੀ ਖੁਦਾ ਨੇ ਤੁਹਾਡੀ ਪ੍ਰਾਰਥਨਾ ਕਰਨ ਦੇ ਦੁਆਰਾ ਤੁਹਾਨੂੰ ਦਿੱਤੀ ਹੈ। ਹਾਲੇਲੂਇਆ। ਜਿਹੜਾ ਪ੍ਰਾਰਥਨਾ ਕਰਦਾ ਉਹਦੀ ਸਾਮਰਥ ਕੀ ਹੈ? ਹਾਲੇਲੂਇਆ। ਇਹ ਅਸੀਂ ਸਿੱਖਾਂਗੇ ਅੱਜ। ਹਾਂਜੀ ਅੱਗੇ। एलिया भी तो हमारे समान दुख सुख भोगी मनुष्य था। ਜਿਹੜਾ ਏਲੀਆ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਕੀ ਸੀਗਾ? ਮਨੁੱਖ ਸੀਗਾ। ਏਲੀਆ ਕੀ ਸੀਗਾ? ਸਾਡੇ ਵਰਗਾ। ਏਲੀਆ ਰੀਅਲ ਦੇ ਵਿੱਚ ਨਬੀ ਸੀਗਾ। ਹਾਲੇਲੂਇਆ। ਪ੍ਰੋਫੈਟ ਸੀ। ਹਾਲੇਲੂਇਆ। ਉਹ ਨਬੀ ਸੀਗਾ, ਪ੍ਰੋਫੈਟ ਸੀਗਾ। ਔਰ ਉਹ ਨਬੀ, ਉਹ ਪ੍ਰੋਫੈਟ ਨੇ ਕੀ ਆਪਣੇ ਆਪ ਨੂੰ ਸੀਗਾ ਤੇ ਕਿਉਂ ਦਰਜਾ ਆਪਣਾ ਛੋਟਾ ਕਰ ਰਿਹਾ ਹੋ? ਕਿਉਂਕਿ ਉਹ ਦੱਸ ਰਿਹਾ ਕਿ ਪ੍ਰਾਰਥਨਾ ਦੁਆਰਾ ਹੋਇਆ ਸਭ ਕੁਝ। ਹਾਲੇਲੂਇਆ। ਕਿਹਦੇ ਦੁਆਰਾ? ਪ੍ਰਾਰਥਨਾ ਦੁਆਰਾ। ਅਸੀਂ ਬੋਲ ਸਕਦੇ ਹਾਂ, ਬੋਲ ਕੇ ਦੱਸੋ ਕਿਹਦੇ ਦੁਆਰਾ? प्रार्थना द्वारा। ਹਾਲੇਲੂਇਆ। ਪ੍ਰਾਰਥਨਾ ਵਿੱਚ ਏਡੀ ਸਾਮਰਥ ਹੈ। ਹਾਂਜੀ ਅੱਗੇ ਵੇਖਾਂਗੇ ਕਿ ਉਹਦੀ ਪ੍ਰਾਰਥਨਾ ਨਾਲ ਹੋਇਆ ਕੀ ਹੈ। और उसने गिड़गिड़ाहट कर प्रार्थना की कि मैं ना बरसे, और 3.5 वर्ष तक भूमि पर मैं नहीं बरसा। ਹਾਲੇਲੂਇਆ। ਉਹਨੇ ਗਿੜਗੜਾ ਕੇ ਕੀ ਕੀਤੀ? ਪ੍ਰਾਰਥਨਾ ਕੀਤੀ ਤੇ 3.5 ਸਾਲ ਧਰਤੀ ਦੇ ਉੱਤੇ ਕੀ ਨਹੀਂ ਹੋਈ? ਵਰਖਾ ਨਹੀਂ ਹੋਈ, ਮੀਂਹ ਨਹੀਂ ਪਿਆ। ਸੋਚ ਕੇ ਦੇਖੋ ਭਲਾ, ਨਿੱਕੀ ਜੀ ਗੱਲ ਹੈ। ਸੋਚੋ ਭਲਾ 3.5 ਸਾਲ ਮੀਂਹ ਨਾ ਪੈਣਾ ਪ੍ਰਾਰਥਨਾ ਕਰਨ ਦੇ ਦੁਆਰਾ, ਕੀ ਛੋਟੀ ਜੀ ਗੱਲ ਹੈ? 3.5 ਸਾਲ ਰੱਬ ਦੇ ਲੋਕ ਉਹਦੇ ਕਹਿਣ ਤੇ ਮੀਂਹ ਪਿਆ ਹੀ ਨਹੀਂ। ਉਹਨੇ ਕਹਿਤਾ ਕਿ ਮੀਂਹ ਨਾ ਪਵੇ ਸਾਡੇ ਤੇ। ਜਿੰਨਾ ਚਿਰ ਉਹਨੇ ਕਿਹਾ ਨਹੀਂ ਨਾ, ਉਹਨਾਂ ਚਿਰ ਵਰਖਾ ਨਹੀਂ ਹੋਈ। ਤੇ ਉਹਨੇ ਕਿਹਾ ਮੀਂਹ ਬੰਦ ਹੋ ਜਾਏ ਤੇ 3.5 ਸਾਲ ਤੱਕ ਮੀਂਹ ਨਹੀਂ ਪਿਆ। ਅੱਜ ਤੁਸੀਂ ਕਹਿ ਰਹੇ ਹੋ ਅਸੀਂ ਪ੍ਰਾਰਥਨਾ ਕਰਦੇ ਹਾਂ ਇਸ ਭੈਣ ਦੇ ਲਈ, ਉਸ ਭੈਣ ਦੇ ਲਈ, ਉਹਦੇ ਜੀਵਨ 'ਚ ਕੋਈ ਅਸਰ ਨਹੀਂ। ਅਸੀਂ ਪ੍ਰਾਰਥਨਾ ਕਰਦੇ, ਸਾਡਾ ਕਾਰੋਬਾਰ ਨਹੀਂ ਚੱਲਦਾ। ਕਦੀ ਕੀਤੀ ਜੀ ਗਿੜਗੜਾ ਕੇ ਪ੍ਰਾਰਥਨਾ? ਕਦੀ ਰੋ ਕੇ ਪ੍ਰਾਰਥਨਾ ਕੀਤੀ ਜੀ? ਪ੍ਰਾਰਥਨਾ ਦੇ ਵਿੱਚ ਤੁਸੀਂ ਹੱਸਦੇ ਹੀ ਰਹਿੰਦੇ ਜੇ। ਜੇ ਦੋ ਜਣੇ ਬਹਿ ਕੇ ਇੱਕ ਦੂਜੇ ਨੂੰ ਤੁਸੀਂ ਤੰਗ ਪਰੇਸ਼ਾਨ ਕਰਦੇ ਜੇ ਕਿ ਤੇਰੀ ਪ੍ਰਾਰਥਨਾ ਘੱਟ ਆ, ਤੂੰ ਉੱਚੀ ਆਵਾਜ਼ 'ਚ ਕਰ। ਉਹ ਕਹਿੰਦਾ ਤੇਰੀ ਬੜੀ, ਤੂੰ ਵੀ ਕਰ। ਉਹ ਇੱਕ ਦੂਜੇ ਨੂੰ ਰਾੜਦੇ ਰਹਿੰਦੇ ਆ, ਇੱਕ ਦੂਜੇ 'ਚ ਕਮੀਆਂ ਕਰਦੇ ਰਹਿੰਦੇ ਆ। ਗਿੜਗੜਾ ਕੇ ਤੂੰ ਪ੍ਰਾਰਥਨਾ ਤੁਸੀਂ ਕਰਨੀ ਨਹੀਂ ਪ੍ਰਾਰਥਨਾ, ਤੇ ਪ੍ਰਾਰਥਨਾ ਦਾ ਅਸਰ ਕਿੱਥੋਂ ਹੋਣਾ? ਸੱਚ ਦੱਸੋ ਇਮਾਨਦਾਰੀ ਨਾਲ, ਝੂਠ ਨਹੀਂ ਬੋਲਣਾ। ਖੁਦਾ ਦੀ ਝੂਠ ਬੈਠੇ ਜੀ। ਅੱਜ ਤੱਕ ਤੁਹਾਡੇ ਵਿੱਚੋਂ ਕਿੰਨੇ ਰੋ ਕੇ ਪ੍ਰਾਰਥਨਾ ਕੀਤੀ ਹੋਊਗੀ? ਹਾਲੇਲੂਇਆ। ਤੇ ਜੇ ਪ੍ਰਾਰਥਨਾ ਤੁਸੀਂ ਰੋ ਕੇ ਕੀਤੀ, ਤੁਹਾਨੂੰ ਉੱਤਰ ਮਿਲਿਆ ਕਿ ਨਹੀਂ?
ਹਾਲੇਲੂਇਆ। ਹਾਲੇਲੂਇਆ। ਤੇ ਜੇ ਰੋ ਕੇ ਕੀਤੀ ਹੈ ਤਾਂ ਫੇਰ ਮਿਲਣਾ ਉੱਤਰ, ਜੇ ਅੱਜ ਤੱਕ ਨਹੀਂ ਮਿਲਿਆ, ਕਿਉਂਕਿ ਉਹਨੇ ਰੋ ਕੇ ਪ੍ਰਾਰਥਨਾ ਕੀਤੀ, ਗਿੜਗੜਾ ਦਾ ਮਤਲਬ ਰੋ ਕੇ ਪ੍ਰਾਰਥਨਾ ਕੀਤੀ ਉਸਨੇ। ਹਾਲੇਲੂਇਆ। ਅੱਜ ਦਾ ਟੌਪਿਕ ਹੈ ਪਰਮੇਸ਼ਰ ਦੀ ਸਾਮਰਥ ਜਿਹੜੀ ਤੁਹਾਡੇ ਉੱਤੇ ਪ੍ਰਾਰਥਨਾ ਦੁਆਰਾ ਉਤਰੀ ਹੈ। प्रार्थना की सामर्थ, हालेलुया, प्रार्थना की शक्ति, हालेलुया। हाँ जी, पढ़ाएंगे कि फिर उसने प्रार्थना की तो आकाश से वर्षा हुई। फिर उसने प्रार्थना की तो फिर आकाश से की हुई, फिर आकाश तो वर्षा हुई, फिर मींह पिया। ਅਸੀਂ ਕੀ ਕਰ ਰਹੇ ਹਾਂ? ਕੋਈ ਨਹੀਂ ਕਰ ਲੈਂਦੇ ਆ ਪ੍ਰਾਰਥਨਾ, ਕੋਈ ਨਹੀਂ ਕਰ ਲੈਂਦੇ ਪ੍ਰਾਰਥਨਾ। ਤੇ ਕੀ ਤੁਸੀਂ ਖੋਲ ਸਕਦੇ ਹੋ, ਕੀ ਤੁਸੀਂ ਬੰਦ ਕਰ ਲਓਗੇ ਜੇ ਤੁਹਾਡੀ ਪ੍ਰਾਰਥਨਾ ਨਹੀਂ ਹੈਗੀ? ਕਹਿਣ ਦਾ ਮਤਲਬ ਉਹਦੇ ਕਹਿਣ ਦੇ ਨਾਲ ਆਕਾਸ਼ ਬੰਦ ਹੋ ਗਿਆ, ਵਰਖਾ ਹੀ ਨਹੀਂ ਆਈ ਇੱਥੋਂ, ਫਿਰ ਉਹਦੇ ਕਹਿਣ ਦੇ ਨਾਲ ਹੀ ਆਕਾਸ਼ ਖੁੱਲ੍ਹਾ ਹੈ। ਅੱਜ ਤੁਹਾਡੇ ਕੋਲ ਇੱਕ ਸਾਮਰਥ ਆ ਪ੍ਰਾਰਥਨਾ ਦੀ, ਜਿਸ ਦੇ ਨਾਲ ਤੁਸੀਂ ਬਹੁਤ ਕੁਝ ਬੰਦ ਕਰ ਸਕਦੇ ਹੋ, ਬਹੁਤ ਕੁਝ ਖੋਲ ਸਕਦੇ ਹੋ। ਪਰ ਖੁੱਲ੍ਹਣ ਕਿਉਂ ਨਹੀਂ ਰਿਹਾ ਤੇ ਬੰਦ ਕਿਉਂ ਨਹੀਂ ਹੋਣ ਡਿਆ? ਕਿਉਂਕਿ ਤੁਹਾਡੀ ਪ੍ਰਾਰਥਨਾ ਨਹੀਂ ਹੈਗੀ। ਅੱਜ ਪ੍ਰਭੂ ਨੂੰ ਜਦੋਂ ਮੈਂ ਪਿਛਲੇ ਫਾਸਟਿੰਗ ਪ੍ਰੇਅਰ ਦੇ ਵਿੱਚ ਜਦੋਂ ਉੱਠਿਆ 7 ਦਿਨ ਦੀ ਫਾਸਟਿੰਗ ਪ੍ਰੇਅਰ ਦੇ ਵਿੱਚੋਂ, ਪ੍ਰਭੂ ਮੈਨੂੰ ਕਿਸੇ ਪਰਿਵਾਰ ਬਾਰੇ ਦੱਸ ਰਿਹਾ ਸੀ ਕਿ ਉਹ ਪਰਿਵਾਰ ਪ੍ਰਾਰਥਨਾ ਨਹੀਂ ਕਰਦਾ। ਤੇ ਪ੍ਰਭੂ ਮੈਨੂੰ ਕਹਿੰਦਾ, ਦੱਸ ਮੇਰੇ ਦਾਸ, ਉਹ ਪ੍ਰਾਰਥਨਾ ਨਹੀਂ ਕਰ ਰਿਹਾ ਤੇ ਮੈਂ ਕਿੱਦਾਂ ਉਹਨਾਂ ਨੂੰ ਬਲੈਸ ਕਰਾਂ? ਕਿਉਂਕਿ ਮੇਰੇ ਨਾਲ ਬੈਠਣ ਨਹੀਂ ਦੇ। ਹੁਣ ਅਸੀਂ ਅੱਜ ਡਾਕਟਰ ਦੇ ਕੋਲ ਜਾਂਦੇ ਹਾਂ, ਉਹਦੇ ਨਾਲ ਜਾ ਕੇ ਬੈਠਦੇ ਹਾਂ, ਉਹਨੂੰ ਜਾ ਕੇ ਦੱਸਦੇ ਆਪਣਾ ਦੁੱਖ ਸਾਡੇ ਲਈ ਕੀ ਕਰਦਾ, ਦਵਾਈ ਦਿੰਦਾ, ਸਾਡਾ ਟ੍ਰੀਟਮੈਂਟ ਕਰਦਾ। ਅਸੀਂ ਪਰਮੇਸ਼ਰ ਦੇ ਕੋਲ ਨਹੀਂ ਜਾਵਾਂਗੇ, ਉਹਦੇ ਨਾਲ ਗੱਲਬਾਤ ਨਹੀਂ ਕਰਾਂਗੇ ਤਾਂ ਖੁਦਾ ਸਾਡੇ ਨਾਲ ਕਿੱਦਾਂ ਗੱਲ ਕਰੇਗਾ? ਅਸੀਂ ਕਹਿੰਦੇ ਆ ਸਾਡੇ ਕੋਲ ਕੀ ਨਹੀਂ ਹੈਗਾ, ਸਮਾਂ ਨਹੀਂ ਹੈਗਾ। ਬਲੈਸਿੰਗ ਕਿਤਨਾ ਭਾਗਦੇ ਜੀ, ਫਿਰ ਸਮਾਂ ਨਹੀਂ ਹੈਗਾ। ਤੁਹਾਨੂੰ ਕੋਈ ਪ੍ਰਾਰਥਨਾ ਤਾਂ ਕਹਿ ਦਿੰਦਾ, ਕੋਈ ਨਹੀਂ ਕਹਿ ਦਿੰਦਾ, ਪਾਸਟਰ ਕਹਿ ਦਿੰਦਾ, ਘਰ ਦਾ ਕੋਈ ਕਹਿ ਦਿੰਦਾ, ਜਿਹੜਾ ਕਰਦਾ ਪ੍ਰਾਰਥਨਾ ਉਹ ਕਹਿ ਦਿੰਦਾ ਤੇ ਨਾਲੇ ਮੂੰਹ ਬਣਾ ਲੈਂਦੇ। ਇਹ ਕੀ ਕਰਦਾ? ਪਤਾ ਕੀ ਕਰਦਾ? ਕਿਉਂਕਿ ਸ਼ੈਤਾਨ ਨੂੰ ਪਤਾ ਹੈ, ਦੁਸ਼ਟ ਆਤਮਾ ਨੂੰ ਪਤਾ ਹੈ ਕਿ ਤੁਹਾਡੀ ਜਿਹੜੀ ਬਲੈਸਿੰਗ ਹੈ ਪ੍ਰਾਰਥਨਾ ਦੁਆਰਾ ਖੋਲਣੀ ਹੈ। ਤੇ ਤੁਹਾਡੀ ਪ੍ਰਾਰਥਨਾ ਤੁਹਾਡਾ ਕਿਉਂ ਨਹੀਂ ਪ੍ਰਾਰਥਨਾ ਚ ਮਨ ਲੱਗਦਾ? ਉਹ ਤੁਹਾਨੂੰ ਦੱਸਿਆ ਮੇਰਾ 3 ਦਿਨ ਯੁੱਧ ਹੀ ਹੁੰਦਾ ਰਿਹਾ ਸ਼ੈਤਾਨ ਨਾਲ। ਮੈਂ ਜਦੋਂ ਫਾਸਟਿੰਗ ਤੇ ਸੀ ਗਿਆ 3 ਦਿਨ ਯੁੱਧ ਹੀ ਹੁੰਦਾ ਰਿਹਾ ਬੜਾ। ਉਸਨੇ ਮੈਨੂੰ ਆਪਣਾ ਦਾ ਮੈਂ ਕਹਾਂਗਾ ਕਿ ਕਿਹਾ ਕਿ ਪ੍ਰਾਰਥਨਾ ਨਾ ਕਰ, ਮਤਲਬ ਤੂੰ 3 ਦਿਨ ਹੀ ਕਰਨਾ ਬਸ, ਆਪਣਾ ਸਭ ਤੈਨੂੰ ਕੀ ਕਰਨੀ ਬਸ ਕਰ, ਤੂੰ ਦੇ ਅੱਗੇ ਵੀ ਤੂੰ ਬੋਲਦਾ ਹੀ ਤੇ ਕੰਮ ਹੁੰਦੇ ਆ। ਮੈਨੂੰ ਕਹਿ ਰਿਹਾ ਸੀ ਤੂੰ ਬੋਲਦਾ ਹੀ ਤੇ ਕਹਿੰਦਾ ਕੰਮ ਹੁੰਦੇ ਆ, ਤੇ ਪ੍ਰਾਰਥਨਾ ਵੀ ਕਰਦੇ ਲੋਕ, ਤੂੰ ਵੀ ਸਭ ਦਿਨ ਬਹਿ ਕਰਨਾ। ਇਹ ਸ਼ੈਤਾਨ ਯਿਸੂ ਦਾਸ ਦੇ ਨਾਮ ਤੇ ਮੈਂ ਕਮਾਂਡ ਕਰਦਾ ਕਿ ਚੱਲ ਤੇਰਾ ਕੋਈ ਵੀ ਮੇਰੇ ਜੀਵਨ ਉੱਤੇ ਅਧਿਕਾਰ ਨਹੀਂ। ਹਾਲੇਲੂਇਆ। ਉਹ ਮਹਾਨ ਪਰਮੇਸ਼ਰ ਹੈ। ਹਾਲੇਲੂਇਆ। ਉਹ ਮਹਾਨ ਤੇ ਜੀਵਨ ਕੀ ਆ? ਪਰਮੇਸ਼ਰ ਆ। ਤੇ ਜੇ ਤੁਸੀਂ ਪ੍ਰਾਰਥਨਾ ਕਰੋਗੇ ਤੇ ਪ੍ਰਭੂ ਤੁਹਾਡੇ ਨਾਲ ਗੱਲ ਕਰੇਗਾ। ਹਾਲੇਲੂਇਆ। ਹੁਣ ਮੈਂ ਕਿਉਂ ਇੱਕ ਐਗਜ਼ਾਮਪਲ ਦੇਣ ਲੱਗਾ ਤੁਹਾਨੂੰ, ਇਸ ਕਰਕੇ ਕਿ ਤੁਹਾਡਾ ਜਿਹੜਾ ਧਿਆਨ ਆ ਉਹ ਉਹਦੇ ਵੱਲ ਆ ਜਾਏ, ਕਿਹਦੇ ਵੱਲ? ਪ੍ਰਾਰਥਨਾ ਦੇ ਵੱਲ ਆ ਜਾਏ। ਮੈਂ ਇੱਕ ਦਿਨ ਪ੍ਰਭੂ ਨੇ ਮੈਨੂੰ ਕਿਹਾ ਕਿ ਲੇਡੀਜ਼ ਫੋਨ ਕਰਦੀ ਸੀ ਮੈਨੂੰ, ਉਸ ਭੈਣ ਨੇ ਡੇਲੀ ਫੋਨ ਤੇ ਪ੍ਰੇਅਰ ਕਰਾਉਣੀ, ਡੇਲੀ ਫੋਨ ਤੇ ਪ੍ਰੇਅਰ ਕਰਾਉਣੀ, ਡੇਲੀ ਫੋਨ ਤੇ ਪ੍ਰੇਅਰ ਕਰਾਉਣੀ। ਜਦੋਂ ਉਹਨੇ ਡੇਲੀ ਫੋਨ ਤੇ ਪ੍ਰੇਅਰ ਕਰਾਉਣੀ ਤੇ ਪ੍ਰਭੂ ਨੇ ਪ੍ਰਭੂ ਨੂੰ ਪੁੱਛਿਆ, ਮੈਂ ਪ੍ਰਭੂ ਠੀਕ ਕਿਉਂ ਨਹੀਂ ਹੋ ਰਹੀ? ਹਾਲੇਲੂਇਆ। ਮੈਂ ਪ੍ਰਭੂ ਠੀਕ ਕਿਉਂ ਨਹੀਂ ਹੋ ਰਹੀ? ਕਹਿੰਦਾ ਆਪਣੇ ਪਤੀ ਦੇ ਪ੍ਰਤੀ ਵਫਾਦਾਰ ਨਹੀਂ। ਕਿਹਦੇ ਪ੍ਰਤੀ? ਪਤੀ ਦੇ ਪ੍ਰਤੀ। ਆਪਣੇ ਪਤੀ ਦੇ ਪ੍ਰਤੀ ਵਫਾਦਾਰ ਨਹੀਂ ਗੀ। ਉਹਦੇ ਹੁੰਦਿਆਂ ਹੀ ਉਸਨੇ ਆਪਣੀ ਮਰਜ਼ੀ ਨਾਲ ਹੀ ਆਪਣਾ ਜੀਵਨ ਸਾਥੀ ਲੱਭ ਲਿਆ। ਹਾਲੇਲੂਇਆ। ਮੈਂ ਪ੍ਰਭੂ ਕਿ ਠੀਕ ਕਿਉਂ ਨਹੀਂ ਹੋ ਰਹੀ? ਕਹਿੰਦਾ ਆ ਗੱਲ ਕਹਿੰਦਾ ਇਹਨੂੰ ਕਹਿ ਕਿ ਪਾਪ ਨੂੰ ਛੱਡ ਕੇ ਪ੍ਰਾਚਿਤ ਕਰੇ ਤੇ ਮੈਂ ਉਦਾਂ ਹੀ ਚੰਗਾ ਕਰਦਾ। ਹਾਲੇਲੂਇਆ। ਹਾਲੇਲੂਇਆ। ਕੀ ਕਰ ਦਿਆਂਗਾ? ਉਦਾਂ ਹੀ ਚੰਗਾ ਕਰ ਦਾਂਗਾ, ਉਦਾਂ ਹੀ ਚੰਗਿਆ ਕਰ ਦਿਆਂਗਾ। ਤੇ ਮੈਂ ਹਾਂ ਪ੍ਰਭੂ ਕਿ ਮੈਨੂੰ ਗੱਲ ਕਹਿੰਦਾ ਜੇ ਉਹ ਮਰ ਗਈ ਨਾ, ਸੁਣਿਆ ਧਿਆਨ ਦੇ ਨਾਲ, ਕਹਿੰਦਾ ਜੇ ਉਹ ਮਰ ਗਈ ਤਾਂ ਮੈਂ ਤੇਰੇ ਕੋਲ ਹਿਸਾਬ ਲੈਣਾ ਹੀ। ਮੈਂ ਸਿੱਧੀ ਗੱਲ ਤਾਂ ਸਵੇਰੇ ਉਹਦਾ ਫੋਨ ਆਇਆ, ਮੈਂ ਕਹਿਣਾ ਜੇ ਤੂੰ ਚੰਗੀ ਹੋਣਾ ਚਾਹੁੰਦੀ, ਜੇ ਤੂੰ ਕੀ ਹੋਣੀ ਚਾਹੁੰਦੀ, ਚੰਗੀ ਹੋਣਾ ਚਾਹੁੰਦੀ ਆ ਤੇ ਕੀ ਕਰ ਜੀਵਨ ਚੇਂਜ ਕਰ ਲੈ ਆਪਣਾ, ਪ੍ਰਭੂ ਦੇ ਚਰਨਾਂ 'ਚ ਆ ਜਾ,
की कर ला, जीवन चेंज कर ला तो प्रभु के चरणों च आ जा। क्योंकि जब तक उन्हें प्राचित नहीं सी करना तब तक उनकी चंगाई नहीं सी उतरनी। तो जिदन उन्होंने मैं कहता उधर उसका फोन बंद। एक फिर एक हवेती का फोन आया, मैं कहांगा कि वो रिश्तेदारों से किसी का कहता पास्टर जी वो रो बोल रही थी, क्या हुआ? मैं उन्होंने कहा कि तू पाप छड़ा तो छड़ कर रही है, छड़ दे मर जाए। कहना किदा मैं तुम दसा कि मैं वो अपने पति के प्रति वफादार नहीं है तो उस पाप को छड़ दी क्यों नहीं? कहता वो तो उसको मारता है कूटता है। मैं जो मारता वा कुटता पति के पति आ कि मारता कुटता पति को छड़ देगा। मैं वो दुआ करेगा पति चेंज नहीं हो सकता। हाँ जी कहना समझ ऐसा समझ उन्होंने समझाना ही है। मैं समझा मैनू भी तो समझाई जाता। हालेलुया हालेलुया। मैं पहले तुम समझ तुम समझा जाएंगे। हालेलुया। मैं अगर जो उन्हें नहीं ना छड्या जाता पाप तो पाप छड़ तो पहले मौत हो जाती तो बाद का फोन नहीं आया। मैं तो ये दसना चाहता कि प्रार्थना के जिंदगी सामर्थ है कि प्रभु दूसरों के जीवन बारे दस सकता है। आज जी मैं कहना आई एम प्रॉफिट, मैं नबी नहीं तो नबी इतना नहीं बनया। नबी गंदी बात नहीं बनया, नबी गोटे टेक टेक के उहदे चरणों च बह बह के बनया। अज मैं 7 दिन बाद तुहाडे कोल आया 8वें दिन ते 7 दिन प्रभु दे नाल बैठा ते डेली दी मेरी प्रेयर 10 घंटे दी। हालेलुया हालेलुया। तो ਉਹਦੇ ਵਿੱਚ ਮੈਨੂੰ ਪਤਾ ਕਿ ਮੈਂ ਕਿੱਦਾਂ ਪ੍ਰਭੂ ਦੇ ਨਾਲ ਬੈਠਾ। ਹਾਲੇਲੂਇਆ। ਤੇ ਕਿੱਦਾਂ ਨੇ ਉਹਨੇ ਸਾਹਮਣੇ ਕਿਤੇ ਕਿੱਦਾਂ ਦੇ ਵਿੱਚ ਚੱਲਦਾ ਰਿਹਾ। ਹਾਲੇਲੂਇਆ। ਤਿੰਨ ਦਿਨ ਤੇ ਮੇਰਾ ਸ਼ੈਤਾਨ ਨਾਲ ਯੁੱਧ ਹੁੰਦਾ ਰਿਹਾ ਤੇ ਫਿਰ ਮੈਨੂੰ ਪ੍ਰਭੂ ਦੇ ਰੂਪਾਂ ਦੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਆਹ ਪਰਿਵਾਰ ਤਬਾਹ ਨਹੀਂ ਕਰਦਾ। ਹਾਲੇਲੂਇਆ। ਇਹ ਫੈਮਿਲੀ ਕੀ ਨਹੀਂ ਕਰਦੀ, ਦਬਾਅ ਨਹੀਂ ਕਰਦੀ। ਪ੍ਰਭੂ ਕਹਿੰਦਾ ਕਹਿ ਦੇ। ਮੈਂ ਕਿ ਪ੍ਰਭੂ ਮੈਂ ਜਦੋਂ ਬਾਹਰ ਨਿਕਲਦਾ ਮੈਂ ਕਹਿ ਦੂੰਗਾ ਦਬਾਅ ਕਰਿਆ ਕਰੋ जे कुछ लेना दे नहीं तो चलो तो जिदा चल रहा इस करने वाले प्रभु मैं लगा कर कुछ लोग वाले कर दी मैं दवा। हालेलुया। इन द नेम ऑफ जीसस। हालेलुया। मेरा परमेश्वर ਤੁਹਾਡੇ ਵਿੱਚ ਵੀ ਗੱਲੇ ਗੱਲ ਕਰ ਸਕਦਾ। हालेलुया। पर मैं इस ਵੇਲੇ प्रचार कर रहा ਅੱਜ ਵਿਸ਼ਾ ਇਹ ਹੈ ਪ੍ਰਾਰਥਨਾ ਦੀ ਸਾਮਰਥ। ਸਾਡੇ ਨਾਲ ਪਤਾ ਕੀ ਹੁੰਦਾ ਵਾ ਅਸਲ ਵਿੱਚ ਹੁੰਦਾ ਕੀ ਆ ਜਿੰਨੇ ਵੀ ਕੋਈ ਬੈਠੇ ਜੀ ठीक है ਤੁਹਾਡੇ ਪ੍ਰਭੂ ਤੁਹਾਡੇ ਸਾਰਿਆਂ ਨਾਲ ਗੱਲ ਕਰੂੰਗਾ ਜੀ। ਆਮੀਨ। ਜਦੋਂ ਅਸੀਂ ਹੋ ਜਨੇ ਪਰੇਸ਼ਾਨ ਸਾਨੂੰ ਪ੍ਰਾਰਥਨਾ ਦੇ ਵਿੱਚ ਬਹਿਣ ਦੀ ਬਜਾਏ ਅਸੀਂ ਆਪਣੀ ਤਾਕਤ ਲਈ ਜਾਂਦੇ ਭੱਜੇ ਜਾਂਦੇ। ਸ਼ੈਤਾਨ ਬਹਿਣ ਨਹੀਂ ਦਿੰਦਾ। ਉਹ ਪਤਾ ਕੀ ਮੰਨ ਪਾਉਂਦਾ ਦੇਖ ਜਿਹੜੀ ਤੂੰ ਭੱਜ ਨੱਠ ਕੇ ਕਰ ਲੈਣਾ ਨਾ ਕੰਮ ਉਹ ਬਹਿ ਕੇ ਥੋੜੀ ਹੋਣਾ। ਤੂੰ ਉਧਰ ਵੀ ਚੱਲ ਜਾ ਉਧਰੋਂ ਇੱਧਰ ਕਰਨਾ ਇਸ ਤਰ੍ਹਾਂ ਕਰਨਾ ਹੁੰਦਾ ਫਿਰ ਨਹੀਂ। फिर हम हौली जी पाठ को फोन करते हाँ जी पाठक जी फिर पाठक जी कहते दबा फिर वो कहते पाठक जी नहीं करता तो जब पाठक ने करनी तो तू की करना। हालेलुया। जब पास्टर ने दबा करनी है तो तू की करना है। हालेलुया हालेलुया हालेलुया। कभी तो ये क्या नहीं है ਇਹ ਮਾਰਕੀਟ ਗਏ ਸੋਹਣੇ ਜਿਹੇ ਸੂਟ ਖਰੀਦ ਕੇ ਲਿਆਉਂਦੇ ਤੇ ਪਾਸੇ ਜੀ ਤੁਹਾਡੇ ਲਈ ਵੀ ਆ ਗਿਆ। ਉਹਨਾਂ ਚੀਜ਼ਾਂ ਦੇ ਪਾਸਾਂ ਨੂੰ ਸਾਂਝੇ ਕਰਦੇ ਨਹੀਂ ਦਵਾਵਾਂ ਦੇ ਵਿੱਚ ਕਹਿ ਕੇ ਪਾਸੇ ਜੀ ਸਾਡੇ ਵੱਲ ਦੀ ਦਵਾ ਕਰ ਦੋ। ਇਹ ਕਿਉਂ ਕੀਤਾ ਨਹੀਂ ਕਦੀ ਸਾਂਝਿਆ ਉਹ ਪਾਸੇ ਤੁਹਾਡੇ ਮਾਰਕੀਟ ਲੈ ਜੀ। ਹਾਲੇਲੂਇਆ। ਪਿਛਲੇ ਦਿਨਾਂ 'ਚ ਮੈਂ ਇੱਕ ਵਾਸ ਪਾਈ ਫਾਸਟਿੰਗ ਪ੍ਰੇਅਰ ਦੇ ਵਿੱਚ ਮੈਂ ਕਿ ਮੈਂ ਸਾਗਰ ਫਾਸਟਿੰਗ ਪ੍ਰੇਅਰ 'ਚ ਜਿਹੜਾ ਕੋਈ ਆਪਣੇ ਦਿਲੋਂ ਭਾਵਨਾ ਪ੍ਰਤੀ कुछ की सेवा करना चाहता कर सकता है किसी ने भी सेवा करती तो मैं कहना दो भूखा मर गया। अरे मैं तो दसना चाहता कि जो बीज लोग वढ़ लोगे जब प्रार्थना बीजोगे तो अगले अपने आशीषात वढ़ोगे तो प्रार्थना बीजेंगे तो
हालेलुया। प्रार्थना ਦੇ ਵਿੱਚ ਲਿਖੀ ਆ सामर्थ्य। हालेलुया। पढ़ांगे कि क्लास करेंगे 20 तक पढ़ांगे। और भूमि फलवंत हुई। हालेलुया। हे मेरे भाइयों, यदि तुम में कोई सत्य के मार्ग से भटक जाए और कोई उसको फेर लाए, तो वह ये जान ले कि जो कोई किसी भटके हुए पापी को फेर लाएगा। हालेलुया। हालेलुया। फेर भूमि की हुई फलवंत हुई। ਉਹਦੇ ਕਹਿਣ ਦੇ ਨਾਲ ਹੀ ਮੀਂਹ ਬੰਦ ਹੋ ਗਿਆ। ਉਹਦੇ ਕਹਿਣ ਦੇ ਨਾਲ ਹੀ ਕੀ ਹੋ ਗਿਆ? ਚਾਲੂ ਹੋ ਗਿਆ। ਮੀਂਹ ਚਾਲੂ ਹੋ ਗਿਆ। ਜੇ ਕਹਿੰਦੇ ਨਾ ਕਿ ਅੱਜ ਕਹਿੰਦੇ ਆ ਪਤਾ ਨਹੀਂ ਮੈਨੂੰ ਤੁਸੀਂ ਇਸ ਗੱਲ ਨੂੰ ਯਾਦ ਰੱਖਦੇ ਹੋ ਰੱਖਦੇ ਤੁਹਾਨੂੰ ਤੁਹਾਡੇ ਵਿੱਚ ਕਿਹਨੂੰ ਪਤਾ ਹੈ? ਜਿਹਨੂੰ ਪਤਾ ਉਹ ਹੱਥ ਖੜਾ ਕਰੇ, ਐਵੇਂ ਨਾ ਹੱਥ ਖੜਾ ਕਰਦੇ ਕੋਈ। ਕਿਹਨੂੰ ਪਤਾ ਕਿ ਮੈਨੂੰ ਕਿਸੇ ਵੇਲੇ ਪ੍ਰਾਰਥਨਾ ਵੀ ਕਰਨ ਦੀ ਲੋੜ ਨਹੀਂ ਪੈਂਦੀ ਤੇ ਮੈਂ ਕਹਿੰਦਾ ਹੋ ਜਾਏਗਾ ਤੇ ਹੋ ਜਾਂਦਾ ਕੰਮ। ਕਿਉਂ? ਕਿਉਂਕਿ ਉਹਦੇ ਨਾਲ ਰਿਸ਼ਤਾ ਹੈ। ਉਹਦੇ ਨਾਲ ਮੈਂ ਬੈਠਦਾ ਹੈ, ਉਹਦੇ ਨਾਲ ਗੱਲਾਂ ਕਰਦਾ, ਉਹਦੇ ਨਾਲ ਗੱਲਾਂ ਕਰਦਾ। ਤੇ ਜੇ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰੋਗੇ ਬੈਠੇ ਵੀ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਤਾਂ ਇਹਦੇ ਨਾਲ ਗੱਲ ਕਰਨੀ? ਕੋਈ ਵਿਹਲਾ ਮੇਰੇ ਨਾਲ ਗੱਲ ਕਰਦੇ? ਤੁਹਾਡੇ ਕੋਲ ਸਮਾਂ ਨਹੀਂ ਹੈਗਾ ਤੇ ਤੁਹਾਡੇ ਨਾਲ ਲੋਕੀ ਕਿੱਦਾਂ ਗੱਲ ਕਰ ਲੈਣ? ਸਪੋਜ਼ ਕਰੋ ਕਿਸੇ ਇਨਸਾਨ ਨਾਲ ਗੱਲ ਕਰਨੀ ਹੈ ਪਰ ਮੈਂ ਕੋਲ ਟਾਈਮ ਨਹੀਂ ਹੈਗਾ, ਉਹ ਤੇਰੇ ਨਾਲ ਗੱਲ ਕਰੇ ਆਣ ਕੇ ਤੂੰ ਕਿੱਦਾਂ ਗੱਲ ਕਰੇ ਉਤਰਦਾ? ਕਿਉਂਕਿ ਤੇਰੇ ਕੋਲ ਤਾਂ ਟਾਈਮ ਨਹੀਂ ਹੈਗਾ। ਤੁਸੀਂ ਕਹਿੰਦੇ ਮੈਂ ਪਰਮੇਸ਼ਰ ਨਾਲ ਗੱਲ ਨਹੀਂ ਕਰ ਸਕਦਾ, ਪ੍ਰਭੂ ਤੁਹਾਡੇ ਨਾਲ ਕਿੱਦਾਂ ਕਰੇ? ਹਾਲੇਲੂਇਆ। ਹਾਲੇਲੂਇਆ। ਪ੍ਰਭੂ ਸਮਝਾਉਣ ਬਾਰੇ ਤੁਹਾਡੇ ਨਾਲ ਗੱਲਾਂ ਕਰਦਾ ਰਹੇਗਾ ਪਰ ਆਸ਼ੀਸ਼ ਬਾਰੇ ਤੁਹਾਡੇ ਨਾਲ ਨਹੀਂ ਗੱਲ ਕਰ ਸਕਦਾ। ਆਸ਼ੀਸ਼ ਕਿ ਮੈਂ ਤੁਹਾਨੂੰ ਆਸ਼ੀਸ਼ ਦਿੰਦਾ। ਪ੍ਰਭੂ ਕਹਿੰਦਾ ਮੈਨੂੰ ਮੇਰੇ ਨਾਲ ਤਾਂ ਮੈਂ ਫਿਰ ਤੈਨੂੰ ਆਸ਼ੀਸ਼ ਕਰਾਂਗਾ। ਅੱਜ ਪ੍ਰਭੂ ਬੱਚੇ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰਦਾ, ਆਤਮਾ ਦੁਆਰਾ ਗੱਲਬਾਤ ਕਰਦਾ, ਨਬੀ ਦੇ ਦੁਆਰਾ ਗੱਲਬਾਤ ਕਰਦਾ। ਠੀਕ ਹੈ ਜੀ, ਲੋਕਾਂ ਦੇ ਦੁਆਰਾ ਪ੍ਰਭੂ ਗੱਲਬਾਤ ਕਰਦਾ ਹੈ। ਪਰ ਅਸੀਂ ਕੀ ਕਹਿੰਦੇ ਕੋਈ ਨਹੀਂ, ਜਦੋਂ ਬਾਅਦ ਪਰੇਸ਼ਾਨੀ ਵਿੱਚ ਆ ਜਾਂਦੇ ਉਹ ਕਹਿੰਦੇ ਪ੍ਰਾਰਥਨਾ। ਸੀਰੀਅਸਲੀ ਜੇ ਤੁਸੀਂ ਕੰਟੀਨਿਊ ਪ੍ਰਾਰਥਨਾ ਕਰਨ ਲੱਗ ਪਏ ਨਾ ਸਾਰੇ, ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਮੁਸ਼ਕਲਾਂ ਆਉਣਗੀਆਂ। ਨਿੱਕੀ ਮੋਟੀ ਸਮੱਸਿਆ ਆਏਗੀ, ਚਲੀ ਜਾਏਗੀ। ਨਿੱਕੀ ਮੋਟੀ ਸਮੱਸਿਆ ਆਏਗੀ ਪਰ ਚਲੀ ਜਾਏਗੀ। ਜੇ ਸਮੱਸਿਆ ਆਉਂਦੀ ਹੈ ਬਣੀ ਰਹਿੰਦੀ, ਕਾਰਨ ਕੀ ਹੈ ਕਿ ਤੁਸੀਂ ਪ੍ਰਾਰਥਨਾ ਨਹੀਂ ਕਰਦੇ। ਫਿਰ ਹੌਲੀ ਜਿਹੀ ਕਹਿੰਦੇ ਪਾਸੇ ਜੀ ਪਤਾ ਨਹੀਂ ਕੀ ਹੋਇਆ, ਆਵਾਜ਼ ਨਹੀਂ ਨਿਕਲੀ। ਆਵਾਜ਼ ਕਿੱਥੋਂ ਨਿਕਲਣੀ? ਆਵਾਜ਼ ਨਹੀਂ ਨਿਕਲੀ, ਬਸ ਨਾ ਆਵਾਜ਼ ਬੰਦ ਜੀ ਹੋ ਗਈ। ਆਵਾਜ਼ ਬੰਦ ਆਪੇ ਹੋਣੀ ਹੈ। ਉਹਦੇ ਤੇ ਤੇਰਾ ਮੂੰਹ ਖੁੱਲਦਾ ਨਹੀਂ, ਉਹਦੇ ਤੇ ਤੂੰ ਦੁਆ ਕਰਦਾ ਨਹੀਂ, ਤੇ ਆਵਾਜ਼ ਕਿੱਥੋਂ ਨਿਕਲਣੀ ਹੈ? ਉਹਦੇ ਅੱਗੇ ਤੇ ਤੁਸੀਂ ਦੁਆ ਕਰਦੇ ਨਹੀਂ ਜੀ। ਬੜੇ ਨੁਕਸਾਨ ਹੁੰਦੇ ਸੀ। ਅੱਛਾ ਜੀ, ਮੈਂ ਨਾ ਪ੍ਰਾਰਥਨਾ ਕਰਦੇ ਜਦ ਤੱਕ ਗੁੰਮ ਜੀ ਹੋਈ। ਗੁੰਮ ਹੀ ਹੋਣਾ ਤੁਸੀਂ ਦੁਆ ਨਹੀਂ ਕਰਨੀ। ਸ਼ੁਕਰ ਕਰੋ ਗੁੰਮ ਹੋਏ ਨੇ। ਸ਼ੈਤਾਨ ਦੀ ਯੋਜਨਾ ਜ਼ਬਰਦਸਤ ਹੈ ਜ਼ਿੰਦਗੀ 'ਚ। ਉਹ ਗੁੰਮ ਕਰਨ ਦੀ ਯੋਜਨਾ ਨਹੀਂ ਉਹਦੀ ਯੋਜਨਾ ਕਿ ਤੁਸੀਂ ਤੁਹਾਨੂੰ ਖਤਮ ਕਰ ਦੇਵੇ, ਉਹ ਮਾਰ ਦੇਵੇ। ਤੇ ਜ਼ਿੰਦਗੀ 'ਚ ਤੁਹਾਡੀ 'ਚ ਕਿਉਂ ਨਹੀਂ ਪਰੇਸ਼ਾਨੀ ਆ ਰਹੀ ਵੱਡੀ? ਕਿਉਂਕਿ ਯਹੋਵਾ ਦੀ ਕਿਰਪਾ ਤੁਹਾਡੇ ਉੱਤੇ। ਤੁਸੀਂ ਸੋਚਦੇ ਹੋ ਕੋਈ ਗੱਲ ਨਹੀਂ, ਅੱਜ ਤੁਹਾਡੇ ਲਈ ਚੇਤਾਵਨੀ ਹੈ ਸਾਰਿਆਂ ਦੇ ਲਈ। ਜੇ ਦੁਆ ਕਰੋਗੇ ਤੇ ਆਸ਼ੀਸ਼ ਵਾਲੇ ਦਿਨ ਦੇਖੋਗੇ। ਹਾਲੇਲੂਇਆ। ਤੇ ਜੇ ਦੁਆ ਨਹੀਂ ਕਰੋਗੇ ਤੇ ਜੋ ਕੰਟੀਨਿਊ ਚੱਲ ਰਿਹਾ ਹੈ ਉਹ ਚੱਲਦਾ ਰਹੇਗਾ, ਬੰਦ ਨਹੀਂ ਕੋਈ ਨਹੀਂ ਕਰ ਸਕਦਾ। ਉਹ ਤੁਹਾਡੇ ਹੱਥ ਵਾਸੀ ਆ ਬੰਦ ਕਰਨਾ ਤੇ ਚਾਲੂ ਕਰਨਾ। ਏਲੀਆ ਨੇ ਕੀਤਾ ਨਾ ਮੀਂਹ ਬੰਦ 3.5 ਸਾਲ। ਕਿੰਨੇ ਨੂੰ ਪਤਾ? ਏਲੀਆ ਨੇ 3.5 ਸਾਲ ਮੀਂਹ ਬੰਦ ਕੀਤਾ ਪ੍ਰਾਰਥਨਾ ਦੇ ਨਾਲ। ਬਾਈਬਲ 'ਚ ਲਿਖਿਆ ਉਹਨੇ ਆਪਾਂ ਪੜ੍ਹਿਆ। ਤੇ ਉਹਨੇ ਦੁਆ ਕੀਤੀ ਫਿਰ ਖੁੱਲਿਆ। ਮਾਇਨੇ ਨਹੀਂ ਸੀਗਾ ਕਿ ਉਹ ਨਬੀ ਸੀ, ਇੱਕ ਮਾਇਨੇ ਸੀਗਾ ਕਿ ਉਹਦੀ ਪ੍ਰਾਰਥਨਾ ਦੇ ਵਿੱਚ ਸਾਮਰਥ ਸੀ, ਪ੍ਰਭੂ ਦੇ ਨਾਲ ਗੱਲਾਂ ਕਰਦਾ ਹੈ। ਤੇ ਉਸ ਸਾਮਰਥ ਤੁਹਾਡੇ ਕੋਲ ਵੀ ਇੱਥੇ ਪਿਛਲੇ ਦਿਨਾਂ ਦੇ ਵਿੱਚ ਗਰਮੀਆਂ ਦੀ ਗੱਲ ਆ ਤੇ ਇੱਥੇ ਜਦ ਤੱਕ ਜਦੋਂ ਅਜੇ ਬੰਦਗੀ ਸਮਾਪਤ ਕੀਤੀ ਤੇ ਲੰਗਰ ਖਾ ਕੇ ਤੇ ਬਾਰਿਸ਼ ਬੜੀ ਤੇਜ਼ ਆ ਗਈ ਤੇ ਜਦ ਫੈਮਿਲੀ ਆਈ ਸੀ ਦੇਖੋ ਕਹਿੰਦੇ ਪਾਸੇ ਜੀ ਹੁੰਦੀ ਨਹੀਂ ਆ ਗਿਆ। ਇੱਕ ਲੜਕਾ ਕਹਿੰਦਾ ਮੈਂ ਨਾਂ ਨਹੀਂ ਲਵਾਂ, ਲੜਕਾ ਕਹਿੰਦਾ ਇਹ ਜਿਹੜਾ ਇਹ ਕਈ ਘੰਟੇ ਨਹੀਂ ਪੈਣਾ। ਮੈਂ ਡਰ ਗਿਆ। ਹਾਂ ਵੀ ਹੈ ਕਈ ਘੰਟੇ ਨਹੀਂ ਪੈਣਾ। ਪ੍ਰਭੂ ਕਹਿੰਦਾ ਘੜੀ ਵੇਖਦਾ, ਘੜੀ ਵੇਖੀ। ਪ੍ਰਭੂ ਕਹਿੰਦਾ ਨੂੰ ਕਹਿ ਦੇ 15 ਮਿੰਟ। 15 ਮਿੰਟ ਵਿੱਚ ਨਹੀਂ ਬੰਦ ਹੋ ਗਿਆ। 15 ਮਿੰਟ ਜਦੋਂ ਹੋਣ ਲੱਗੇ ਨਾ ਪਹਿਲਾਂ ਹੀ ਕਹਿ ਤਾ ਮੈਂ ਵੀ ਬੰਦ ਹੋ ਚੱਲਿਆ ਜੀ, ਤਿਆਰੀ ਕਰ ਲਓ ਜੀ ਤੁਸੀਂ ਜਾਣਾ। 15 ਮਿੰਟ ਨਹੀਂ ਬੰਦ ਹੋਇਆ। ਹਾਲੇਲੂਇਆ। ਹਾਲੇਲੂਇਆ। ਮਹਾਨ ਪਰਮੇਸ਼ਰ ਆ। ਤੁਹਾਡੀ ਪ੍ਰਾਰਥਨਾ 'ਚ ਸਾਮਰਥ ਆ। ਜੇ ਤੁਹਾਡੀ ਪ੍ਰਾਰਥਨਾ ਨਹੀਂ ਆ ਤੇ ਤੁਹਾਡੇ ਬੋਲਾਂ 'ਚ ਵੀ ਸਾਮਰਥ ਨਹੀਂ ਹੋ ਸਕਦੀ। ਅੱਜ ਕਹਿੰਦੇ ਆ ਪ੍ਰਭੂ ਅੱਜ ਏਦਾਂ ਕਰੀਏ ਤੇ ਲੋਕ ਚੰਗੇ ਹੋ ਜਾਣ। ਇੱਦਾਂ ਤੇ ਤਦ ਤੂੰ ਕਰੇਗਾ ਜੇ ਤੇਰੇ ਅੰਦਰ ਕੁਛ ਹੋਊਗਾ।
ਤੇ ਅੰਦਰ ਤਦ ਹੋਣਾ ਵਾ ਜਦੋਂ ਤੁਸੀਂ ਪ੍ਰਾਰਥਨਾ ਵਿੱਚ ਚੱਲੋਗੇ। ਪ੍ਰਾਰਥਨਾ ਲਈ ਤੁਹਾਡੇ ਕੋਲ ਟਾਈਮ ਨਹੀਂ ਆ ਤੇ ਉਹਦਾ ਮੱਸਾ ਤੁਹਾਡੇ ਅੰਦਰ ਕਿੱਦਾਂ ਟ੍ਰਾਂਸਫਰ ਹੋਏਗਾ। ਹਾਲੇਲੂਇਆ। ਇੱਕ ਮੈਨੂੰ ਪਿਛਲੇ ਦਿਨਾਂ ਤੋਂ ਮੈਂ ਜਾਣ ਰਿਹਾ ਕਿਤੇ, ਮੈਂ ਤੁਹਾਨੂੰ ਟੈਸਟਮਨੀਆਂ ਇਸ ਕਰਕੇ ਦੇ ਰਿਹਾ ਵਾਂ ਕਿ ਤੁਹਾਡੀ ਪ੍ਰਾਰਥਨਾ ਬਣ ਜਾਵੇ। ਮੈਂ ਜਾਣ ਰਿਹਾ ਕਿਤੇ ਤੇ ਮੈਨੂੰ ਆਇਆ ਕਿ ਮੈਂ ਆਟੋ ਦੇ ਵਿੱਚ ਸੀਗਾ, ਬੜੀ ਨੇਰੀ ਚ ਫਸੀ ਜਾਂ ਪ੍ਰਭੂ ਮੈਂ ਤੇ ਛਿੱਟੀ ਛੱਡ ਪਾਈ ਸ਼ਰਟ ਛੱਡੀ ਪਾਈ ਤੇ ਸ਼ਾਇਦ ਮੈਨੂੰ ਯਾਦ ਨਹੀਂ, ਮੈਂ ਪ੍ਰਭੂ ਕੱਪੜੇ ਅੰਦਰ ਹੋਏ ਪ੍ਰਭੂ ਨੇ ਤਾਂ ਹੱਥ ਵਧਾ ਕੇ ਬਾਹਰ ਗਿਆ ਸ਼ਾਂਤ ਹੋ ਜਾ। ਮੈਂ ਆਟੋ 'ਚ ਗਿਆ ਤਾਂ ਮੈਂ ਸ਼ਾਂਤ ਹੋ ਜਾ, ਉਸੇ ਵੇਲੇ ਸ਼ਾਂਤ ਹੋ ਗਿਆ ਨਾ ਨਿਕਲ ਬਾਹਰ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕੀ ਕਰ ਨਿਕਲ ਬਾਹਰ। ਜਦੋਂ ਮੈਂ ਨਿਕਲ ਗਿਆ ਬਾਹਰ ਪ੍ਰਭੂ ਕਹਿੰਦਾ ਮੀਂਹ ਆਉਣ ਲੱਗਾ। ਪ੍ਰਭੂ ਮੈਂ ਜਦੋਂ ਮੀਂਹ ਆਉਣ ਲੱਗਾ ਤੇ ਹੁਣ ਕਹਿੰਦਾ ਵੀ ਮੀਂਹ ਨਹੀਂ ਜਦੋਂ ਤੂੰ ਕਹੇਗਾ ਉਹ ਵੀ ਰੱਖ ਲੈ। ਹਾਲੇਲੂਇਆ। ਮੋਟਰਸਾਈਕਲ ਤੇ ਬੈਠੇ ਜਾਣਦੇ ਭਾਈ ਮੋਟਰਸਾਈਕਲ ਚਲਾਉਂਦੇ ਬਸ ਪ੍ਰੋਫੈਸਰ ਸਾਹਿਬ ਮੀਂਹ ਸ਼ੁਰੂ ਹੋ ਗਿਆ। ਬੰਦ ਕਰਾ ਦਈਏ ਕਿਤੇ ਕਰਾ ਦਿਓ। ਮੈਂ ਵੀ ਬੰਦ ਹੋ ਗਿਆ। ਉਸ ਮੀਂਹ ਦੀ ਵੀਡੀਓ ਪਾਈ ਸੀ ਮੈਂ ਸਿਸਟਰ ਨੂੰ। ਹਾਲੇਲੂਇਆ। ਤੁਹਾਨੂੰ ਉਸ ਮੀਂਹ ਦੀ ਵੀਡੀਓ ਪਾਈ ਕਿ ਮੈਂ ਬਾਰਿਸ਼ ਦੇ ਵਿੱਚ ਤੇ ਮੈਂ ਮੀਂਹ ਬੰਦ ਹੋ ਗਿਆ। ਮੀਂਹ ਬੰਦ ਹੋ ਗਿਆ। ਹਾਲੇਲੂਇਆ। ਉਹ ਮੀਂਹ ਕਦ ਬੰਦ ਹੋਇਆ ਜੇ ਅੱਜ ਅਸੀਂ ਪ੍ਰਭੂ ਦੇ ਨਾਲ ਹਾਂ। ਹਾਲੇਲੂਇਆ ਹਾਲੇਲੂਇਆ। ਜੇ ਤੁਹਾਡੀ ਦਵਾ ਨਹੀਂ ਨਾ, ਤੁਸੀਂ ਕਿਸੇ ਦਾ ਜ਼ੁਕਾਮ ਨਹੀਂ ਠੀਕ ਕਰ ਸਕਦੇ। ਦਵਾ ਨਹੀਂ ਨਾ ਤੁਹਾਡੀ ਤੇ ਤੁਸੀਂ ਕਿਸੇ ਦਾ ਜ਼ੁਕਾਮ ਤੱਕ ਨਹੀਂ ਠੀਕ ਕਰ ਸਕਦੇ। ਮੁਰਦੇ ਜਿੰਦੇ ਕਰਨ ਦੇ ਬੜੀ ਬਾਅਦ ਚ ਗੱਲ। ਪ੍ਰਾਰਥਨਾ ਦੇ ਵਿੱਚ ਸਾਮਰਥ ਹੋਣੀ ਚਾਹੀਦੀ। ਪ੍ਰਾਰਥਨਾ ਦੇ ਵਿੱਚ ਤੁਸੀਂ ਬੜੇ ਰਹਿਣੇ ਚਾਹੀਦੇ। ਪ੍ਰਾਰਥਨਾ ਦੇ ਨਾਲ ਤੁਹਾਡਾ ਰਿਸ਼ਤਾ ਪ੍ਰਭੂ ਦੇ ਨਾਲ ਗੂੜਾ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਤੁਹਾਡੇ ਜੀਵਨ 'ਚ ਪ੍ਰਾਰਥਨਾ ਨਹੀਂ ਹੋਏਗੀ ਤਾਂ ਕੋਈ ਵੀ ਤੁਹਾਡੀ ਜ਼ਿੰਦਗੀ 'ਚ ਕੰਮ ਨਹੀਂ ਕਰ ਸਕਦਾ। ਕੋਈ ਵੀ ਬਲੈਸਿੰਗ ਤੁਹਾਡੇ ਜੀਵਨ 'ਚ ਉਤਰ ਨਹੀਂ ਸਕਦੀ। ਇਸ ਕਰਕੇ ਕੀ ਤੁਸੀਂ ਕੀ ਨਹੀਂ ਕਰਦੇ? ਪ੍ਰਾਰਥਨਾ ਨਹੀਂ ਕਰਦੇ। ਹਾਲੇਲੂਇਆ। ਕੀ ਕਰੋ? ਪ੍ਰਾਰਥਨਾ ਕਰੋ ਕਿ ਤੁਹਾਡੀਆਂ ਬੋਡੀਆਂ ਦੇ ਅੰਦਰ ਇੰਨੀ ਸਾਮਰਥ ਆ ਜਾਏ ਕਿ ਲੋਕ ਜਿਹੜੇ ਵਸਤਰ ਨੂੰ ਤੁਸੀਂ ਛੂਹਿਆ ਹੋਵੇ ਉਹੀ ਉਸੇ ਵਸਤਰ ਦੇ ਦੁਆਰਾ ਚੱਲਦੇ ਹੋ। ਹਾਲੇਲੂਇਆ। ਮੇਰਾ ਮਤਲਬ ਮੈਂ ਜਦੋਂ ਮੇਰੀ ਯਾਤਰਾ ਕਰਨ ਦੇ ਵਿੱਚ ਆਇਆ ਤੇ ਮੇਰੀ ਬਾਈਕ ਮੇਰੇ ਕੋਲ ਆਈ, ਮੇਰੀ ਬਸ ਅਸੀਂ ਪ੍ਰਾਰਥਨਾ ਕਰਦੇ ਮੈਂ ਮੇਰੀ ਪ੍ਰਾਰਥਨਾ ਕਰਦੇ। ਹਾਲੇਲੂਇਆ। ਬਸ ਅਸੀਂ ਪ੍ਰਾਰਥਨਾ ਕਰਦੇ। ਮੈਂ ਇਹ ਵਾਲ ਰੱਖ ਸਕਦਾ, ਉਹਨੇ ਖੋਲ ਕੇ ਸਿਰ ਤੇ ਰੱਖ ਲਿਆ। ਮੈਂ ਚੈੱਕ ਕਰ ਰਿਹਾ ਇਹਨੂੰ ਠੀਕ ਹੈ। ਆਮੀਨ। ਹਾਲੇਲੂਇਆ ਹਾਲੇਲੂਇਆ। ਰੱਬ ਦੇ ਕੋਲ ਤੁਹਾਡੀ ਪ੍ਰਾਰਥਨਾ ਜਿਹੜੀ ਸਾਮਰਥ ਆ ਗਈ ਕਿ ਤੁਹਾਡੇ ਪ੍ਰਾਰਥਨਾ ਦੁਆਰਾ ਹੀ ਕੰਮ ਹੋਣੀ। ਹਾਲੇਲੂਇਆ। ਪਰ ਪ੍ਰਾਰਥਨਾ ਕਰਦੇ ਹੋਏ ਨਹੀਂ। ਪ੍ਰਾਰਥਨਾ ਕਰਦੇ ਹੋ ਤੁਸੀਂ ਬਹੁਤ ਕੁਝ ਬੋਲ ਸਕਦੇ ਹੋ, ਪ੍ਰਾਰਥਨਾ ਕਰਦੇ ਹੋ ਬਹੁਤ ਕੁਝ ਬੰਦ ਕਰ ਸਕਦੇ ਹੋ, ਪਰ ਪ੍ਰਾਰਥਨਾ ਨਹੀਂ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਇਸ ਵਿਸ਼ੇ ਤੇ ਬਰਕਤ ਦੇ और जो लोग इस क्वेश्चन को सुन रहे हैं परमेश्वर को मैसेज यीशु नाम से आमीन।